Good morning, students. Students, today we are going to start a new chapter that is center of gravity. ਇਹ ਬਹੁਤ ਹੀ ਇੰਟਰਸਟਿੰਗ ਐਂਡ ਬਹੁਤ ਹੀ ਈਜ਼ੀ ਟੌਪਿਕ ਆ ਜੇ ਆਪਾਂ ਥੋੜ੍ਹਾ ਜਿਹਾ ਕੰਸਨਟਰੇਟ ਕਰੀਏ ਔਰ ਇਹਦੇ ਵਿੱਚੋਂ 10 ਮਾਰਕਸ ਦਾ ਨੂਮੈਰੀਕਲ ਵੀ ਆਪਾਂ ਨੂੰ ਆਉਣਾ, ਸੋ ਦਿਸ ਇਜ਼ ਇੰਪੋਰਟੈਂਟ ਫਰੋਮ ਦ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਆਲਸੋ. So let us start it. So first of all, let us have a look at concept of gravity and gravitation. So basically ਤੁਸੀਂ ਇਹ ਦੋ ਟਰਮਸ ਸੁਣੀਆਂ ਹੋਣਗੀਆਂ, gravitation and gravity. So let me repeat these for you. So first of all ਆਪਾਂ gravitation ਦੀ ਗੱਲ ਕਰਦੇ ਹਾਂ. The force of attraction between any two bodies of this universe is called gravitation. So according to the Newton's law of gravitation, this force of attraction is directly proportional to the product of the masses of two bodies and inversely proportional to the square of the distance between them. So this is the definition of gravitation. So basically देखो gravitation है कि what we have to understand is कि ਜਦੋਂ ਕੋਈ ਦੋ bodies ਨੇ like M1 M2 ਦੋ bodies ਨੇ ਇਸ universe ਦੀਆਂ, these two bodies will be attracted towards each other. ਇਹ ਇੱਕ ਦੂਜੇ ਵੱਲ attract ਹੋਣਗੀਆਂ. Okay, ਸੋ ਜਿਹੜੀ ਇਹਨਾਂ ਦੀ ਆਪਸ 'ਚ ਦੋ ਬੋਡੀਜ਼ ਦੀ ਅਟਰੈਕਸ਼ਨ ਆ ਦੈਟ ਇਜ਼ ਕਾਲਡ ਗ੍ਰੈਵੀਟੇਸ਼ਨ. ਜਿਹੜੀਆਂ ਦੋ ਬੋਡੀਜ਼ ਵਿੱਚ ਅਟਰੈਕਸ਼ਨ ਆ ਦੈਟ ਇਜ਼ ਕਾਲਡ ਗ੍ਰੈਵੀਟੇਸ਼ਨ. ਇਹਨੂੰ ਦਿਮਾਗ 'ਤੇ ਰੱਖਿਓ ਕਿਉਂਕਿ ਇੱਥੋਂ ਹੀ ਅਸੀਂ ਗ੍ਰੈਵਿਟੀ ਬਾਅਦ 'ਚ ਡਿਸਕਸ ਕਰਨੀ ਆ. ਸੋ ਵੈਨ ਟੂ ਬੋਡੀਜ਼ ਆਰ ਪਲੇਸਡ ਇਨ ਦਿਸ ਯੂਨੀਵਰਸ ਦੇ ਅਟੈਕ ਟੂਵਰਡਸ ਈਚ ਅਦਰ. ਓਕੇ, ਐਂਡ ਦੈਟ ਫੋਰਸ ਆਫ ਅਟਰੈਕਸ਼ਨ ਬਿਟਵੀਨ ਟੂ ਬੋਡੀਜ਼ ਇਜ਼ ਕਾਲਡ ਗ੍ਰੈਵੀਟੇਸ਼ਨ. ਓਕੇ, ਸੋ ਨਾਓ ਇਹ ਡਿਪੈਂਡ ਕਿਤੇ ਕਰਦੀ ਹੈ. ਦੇਖੋ ਇਟ ਡਿਪੈਂਡਸ ਅਪੋਨ distance between the center of two bodies and force of attraction between it depends upon the mass of two bodies, okay, and on the distance between two bodies. ਹੁਣ ਇਹ ਕਿੱਦਾਂ ਡਿਪੈਂਡ ਕਰਦੀ ਹੈ, let us have look here. Directly proportional to the product of the masses of two bodies. So M1 M2 ਦੋ bodies ਦੇ mass ਨੇ, so directly proportional to masses of two bodies. So ਜੇ F force of attraction ਹੈਗੀ ਆ ਦੋ bodies ਦੇ ਵਿੱਚ ਜਿਹਨੂੰ ਅਸੀਂ gravitational force ਕਹਿ ਸਕਦੇ ਹਾਂ, this F, ਤਾਂ F is directly proportional to product of the masses of two body that is M1 and M2, and it is inversely proportional to the square of the distance between them. So R was the distance between them. Inversely proportional means F is proportional to 1 by R the square. So ਇਹ ਦੋ ਪੈਰਾਮੀਟਰਸ ਆ ਜਿਹਦੇ ਉੱਤੇ ਫੋਰਸ ਆਫ ਅਟਰੈਕਸ਼ਨ ਜਾਂ ਗ੍ਰੈਵੀਟੇਸ਼ਨਲ ਫੋਰਸ ਡਿਪੈਂਡ ਕਰਦੀ ਆ. ਇੱਕ ਤਾਂ ਦੋਨੋਂ ਬੋਡੀ ਦੇ ਮਾਸ ਨੂੰ ਮਲਟੀਪਲਾਈ ਕਰ ਲਓ, ਉਹ ਜਿੰਨੇ ਜ਼ਿਆਦਾ ਮਾਸ ਹੋਣਗੇ ਫੋਰਸ ਉਨੀ ਜ਼ਿਆਦਾ ਹੋਊਗੀ. ਓਕੇ, ਸੈਕਿੰਡਲੀ ਉਹਨਾਂ ਦੇ ਵਿੱਚ ਜੋ ਡਿਸਟੈਂਸ ਆ ਉਹਦੇ ਨਾਲ ਇਨਵਰਸਲੀ ਪ੍ਰਪੋਰਸ਼ਨਲ ਆ. ਇਹਦਾ ਮਤਲਬ ਕੀ ਹੈ, ਜਿੰਨਾ ਜ਼ਿਆਦਾ ਡਿਸਟੈਂਸ ਆ ਉਨੀ ਫੋਰਸ ਘੱਟ ਆ. ਠੀਕ ਆ, ਤੁਸੀਂ ਇਹ ਫਾਰਮੂਲੇ ਤੋਂ ਵੀ ਦੇਖ ਸਕਦੇ ਆ. ਸੋ ਦਿਸ ਇਜ਼ ਦ ਫਾਰਮੂਲਾ ਫॉर ਦਿਸ ਫੋਰਸ ਆਫ ਅਟਰੈਕਸ਼ਨ, ਡਾਇਰੈਕਟਲੀ ਪ੍ਰਪੋਰਸ਼ਨਲ ਟੂ M1 ਐਂਡ M2 ਐਂਡ ਇਟ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ R ਸਕੁਏਅਰ. ਸੋ ਜਿੰਨਾ ਜਿੰਨੀ M1 M2 ਦੀ ਵੈਲਿਊ ਜ਼ਿਆਦਾ ਹੋਊਗੀ F ਦੀ ਵੈਲਿਊ ਜ਼ਿਆਦਾ ਹੋਊਗੀ, ਔਰ ਜਿੰਨੀ R ਦੀ ਵੈਲਿਊ ਜ਼ਿਆਦਾ ਹੋਊਗੀ ਉਨੀ F ਦੀ ਵੈਲਿਊ ਘੱਟ ਹੋਊਗੀ. ਸੋ ਜੇ ਦੋ ਬੋਡੀਜ਼ ਨੇ 1 kg ਵੇਟ ਆ, ਇੱਕ ਦਾ 2 kg ਵੇਟ ਆ, ਤਾਂ ਪ੍ਰੋਡਕਟ ਕੀ ਹੋ ਗਿਆ 1 × 2 2 ਹੋ ਗਿਆ ਨਾ. ਹੁਣ ਜਿੰਨੀਆਂ ਇਹ ਕਲੋਜ਼ ਪਈਆਂ ਹੋਣਗੀਆਂ ਉਨੀ F ਦੀ ਵੈਲਿਊ ਜ਼ਿਆਦਾ ਆ, ਜਿੰਨੀਆਂ ਇਹ ਦੂਰ ਪਈਆਂ ਹੋਣਗੀਆਂ R ਇਨਕਰੀਜ਼ ਹੋ ਜਾਊਗਾ ਨਾ. ਸੋ ਜੇ R ਵੱਧ ਗਿਆ ਤਾਂ ਫੋਰਸ ਆਫ ਅਟਰੈਕਸ਼ਨ ਘੱਟ ਜਾਣੀ ਆ. ਓਕੇ, ਦਿਸ ਇਜ਼ ਅ ਲਾਅ. ਸੋ ਜੇ R ਜ਼ਿਆਦਾ ਆ ਤਾਂ ਉਹ ਅਟਰੈਕਟਿਵ ਫੋਰਸ ਜਿਹੜੀ ਆ ਉਹ ਘੱਟ ਜਾਣੀ ਆ. ਸੋ ਹੁਣ ਇਹ ਆਪਾਂ ਫਰਦਰ ਲੈ ਕੇ ਚੱਲੀਏ. ਸੋ ਦਿਸ ਵਾਜ਼ ਦ ਫਾਰਮੂਲਾ ਫॉर ਫੋਰਸ. ਹੁਣ ਜਦੋਂ ਅਸੀਂ ਇੱਥੋਂ ਪ੍ਰਪੋਰਸ਼ਨੈਲਿਟੀ ਦਾ ਸਿੰਬਲ ਰਿਮੂਵ ਕਰਦੇ ਹਾਂ, we get a constant in this equation that is G. Okay, so this G is called
let us see here, constant of proportionality. This G is termed as universal gravitational constant. Okay, so basically ਸਾਨੂੰ ਇਹ ਉਸੇ ਫਾਰਮੂਲੇ ਤੋਂ ਮਿਲਿਆ ਹੈ, F is directly proportional to m1 into m2 upon r ਦੀ ਸਕੇਅਰ। ਪ੍ਰੋਪੋਰਸ਼ਨੈਲਿਟੀ ਰਿਮੂਵ ਕਰਦੇ ਹਾਂ, ਵੀ ਆਲਵੇਜ਼ ਨੋ ਕਿ ਉੱਥੇ ਇੱਕ ਕੌਂਸਟੈਂਟ ਨੂੰ ਅਸੀਂ ਐਡ ਕਰਦੇ ਹਾਂ, ਠੀਕ ਆ। ਪ੍ਰੋਪੋਰਸ਼ਨੈਲਿਟੀ ਰਿਮੂਵ ਕਰਕੇ ਜਦੋਂ ਅਸੀਂ ਇਕੁਅਲ ਟੂ ਸਾਈਨ ਪਾਉਂਦੇ ਹਾਂ ਕਿਤੇ ਵੀ, ਵੀ ਹੈਵ ਟੂ ਗਿਵ ਅ ਕੌਂਸਟੈਂਟ। ਸੋ ਇਨ ਦਿਸ ਇਕੁਏਸ਼ਨ ਵੀ ਹੈਵ ਜੀ ਐਜ਼ ਅ ਕੌਂਸਟੈਂਟ। ਸੋ ਜਿਹੜੇ ਜੀ ਹੈਗਾ ਆ ਦੈਟ ਇਜ਼ ਨੋਨ ਐਜ਼ ਯੂਨੀਵਰਸਲ ਗ੍ਰੈਵੀਟੇਸ਼ਨਲ constant, and the value of G does not depend upon the nature and size of the bodies. ਬੋਡੀ ਦਾ ਨੇਚਰ ਕੀ ਆ, ਠੀਕ ਆ, ਉਹਦਾ ਸਾਈਜ਼। ਆਪਾਂ ਨੂੰ ਮਾਸ ਚਾਹੀਦਾ ਆ, ਸਾਈਜ਼ ਵੱਡਾ ਵੀ ਹੋ ਸਕਦਾ, ਛੋਟਾ ਵੀ ਹੋ ਸਕਦਾ, ਬਟ ਅਸੀਂ ਮਾਸ ਦਾ ਪ੍ਰੋਡਕਟ ਲੈਣਾ ਆ, ਸਾਈਜ਼ ਦਾ ਨਹੀਂ। ਸੋ ਉਹਦੇ ਸਾਈਜ਼ 'ਤੇ ਡਿਪੈਂਡ ਨਹੀਂ ਕਰਦਾ ਹੈ, ਔਰ ਇਹ ਮੀਡੀਅਮ 'ਤੇ ਵੀ ਡਿਪੈਂਡ ਨਹੀਂ ਕਰਦਾ ਜੋ ਦੋ ਬੋਡੀਜ਼ ਦੇ ਵਿੱਚ ਨੇ। ਜੇ ਦੋ ਬੋਡੀਜ਼ ਇੱਕ ਰੂਮ 'ਚ ਪਈਆਂ ਨੇ, ਮੀਡੀਅਮ ਹਵਾ ਆ। ਜੇ ਦੋ ਬੋਡੀਜ਼ ਵੈਕਿਊਮ 'ਚ ਪਈਆਂ ਨੇ, ਠੀਕ ਆ, ਮੀਡੀਅਮ ਕੁਛ ਵੀ ਨਹੀਂ। ਜੇ ਦੋ ਬੋਡੀਜ਼ ਵਾਟਰ 'ਚ ਪਈਆਂ ਨੇ ਤਾਂ ਉਹਨਾਂ ਵਿੱਚ ਮੀਡੀਅਮ ਪਾਣੀ ਆ। ਬਟ ਇਹ ਉਹਨਾਂ 'ਤੇ ਡਿਪੈਂਡ ਨਹੀਂ ਕਰਦੀ ਫੋਰਸ, ਜਿਹੜੇ ਗ੍ਰੈਵੀਟੇਸ਼ਨਲ ਫੋਰਸ ਹੈ ਉਹਨਾਂ 'ਤੇ ਡਿਪੈਂਡ ਨਹੀਂ ਕਰਦੀ। ਇਹ ਡਿਪੈਂਡ ਕਿਤੇ ਕਰਦੀ ਹੈ, ਮਾਸ 'ਤੇ ਅਤੇ ਉਹਨਾਂ ਦੇ ਵਿੱਚ ਜੋ ਡਿਸਟੈਂਸ ਹੈਗਾ ਉਹਦੇ ਉੱਤੇ। ਓਕੇ ਜੀ, ਸੋ ਦਿਸ ਵਾਜ਼ ਅਬਾਊਟ ਦ ਗ੍ਰੈਵੀਟੇਸ਼ਨ। ਹੁਣ ਆਪਾਂ ਗ੍ਰੈਵਿਟੀ ਦੇਖੀਏ ਵੀ ਗ੍ਰੈਵਿਟੀ ਕੀ ਆ। ਆਈ ਹੋਪ ਤੁਹਾਨੂੰ ਗ੍ਰੈਵੀਟੇਸ਼ਨ ਕਲੀਅਰ ਹੋ ਗਿਆ। ਮੈਂ ਫਿਰ ਲਾਸਟ ਨੂੰ ਰਿਪੀਟ ਕਰਦਾ ਵੀ ਦੋ ਬੋਡੀਜ਼ ਕਿਤੇ ਪਈਆਂ ਨੇ, ਉਹ ਦੋ ਬੋਡੀਜ਼ ਇੱਕ ਦੂਜੇ ਵੱਲ ਅਟਰੈਕਟ ਹੁੰਦੀਆਂ ਨੇ, ਔਰ ਦੈਟ ਫੋਰਸ ਆਫ ਅਟਰੈਕਸ਼ਨ ਇਜ਼ ਕਾਲਡ ਗ੍ਰੈਵੀਟੇਸ਼ਨ। ਓਕੇ, ਸੋ ਉਹ ਮਾਸ 'ਤੇ ਡਿਪੈਂਡ ਕਰਦਾ ਆ ਔਰ ਉਹਨਾਂ ਦੇ ਡਿਸਟੈਂਸ 'ਤੇ ਡਿਪੈਂਡ ਕਰਦਾ। ਸੋ ਨਾਓ ਨੈਕਸਟ ਵੀ ਹੈਵ ਗ੍ਰੈਵਿਟੀ। ਸੋ ਗ੍ਰੈਵਿਟੀ ਕੀ ਆ, ਮੈਂ ਤੁਹਾਨੂੰ ਸਮਝਾਉਣਾ। ਪਹਿਲਾਂ ਗ੍ਰੈਵਿਟੀ ਆਪਾਂ ਹੁਣੇ ਗੱਲ ਕਰਕੇ ਹਟੇ, ਦੋ ਬੋਡੀਜ਼ ਇੱਕ ਦੂਜੇ ਵੱਲ ਅਟਰੈਕਟ ਕਰਦੀਆਂ ਨੇ। ਓਕੇ, ਔਰ ਜੇ ਉਹਨਾਂ ਦੋਨਾਂ ਬੋਡੀਜ਼ ਵਿੱਚੋਂ ਇੱਕ ਬੋਡੀ ਅਰਥ ਹੋ ਜਾਵੇ, ਇੱਕ ਬੋਡੀ ਅਰਥ ਆ, ਸੈਕਿੰਡ ਕੋਈ ਵੀ ਬੋਡੀ ਆ, ਲੈਟ ਅਸ ਸਪੋਜ਼ ਵੀ ਆਰ ਸਟੈਂਡਿੰਗ ਔਨ ਦ ਅਰਥ, ਇੱਕ ਬੋਡੀ ਅਸੀਂ ਆ, ਸੈਕਿੰਡ ਬੋਡੀ ਅਰਥ ਆ, ਤਾਂ ਫਿਰ ਵੀ ਇੱਕ ਦੂਜੇ ਵੱਲ ਅਟਰੈਕਸ਼ਨ ਹੋਊਗੀ ਨਾ। ਸੋ ਜਦੋਂ ਉਹ ਦੋ ਬੋਡੀਜ਼ ਵਿੱਚੋਂ ਇੱਕ ਬੋਡੀ ਅਰਥ ਹੁੰਦੀ ਆ, ਉਦੋਂ ਜਿਹੜੀ ਫੋਰਸ ਆਫ ਅਟਰੈਕਸ਼ਨ ਆ ਦੈਟ ਇਜ਼ ਕਾਲਡ ਗ੍ਰੈਵਿਟੀ। ਉਦੋਂ ਆਪਾਂ ਗ੍ਰੈਵੀਟੇਸ਼ਨ ਨਹੀਂ ਕਹਿੰਦੇ। ਜੇ ਤਾਂ ਇੱਕ ਬੋਲ ਪਈ ਆ ਫੁੱਟਬਾਲ ਦੀ, ਦੂਸਰੀ ਬੋਲ ਪਈ ਆ, ਉਹਨਾਂ ਦੋਨਾਂ ਦੇ ਵਿੱਚ ਜੋ ਅਟਰੈਕਸ਼ਨ ਆ ਦੈਟ ਇਜ਼ ਗ੍ਰੈਵੀਟੇਸ਼ਨ। ਬਟ ਜੇ ਇੱਕ ਬੋਲ ਪਈ ਆ ਜ਼ਮੀਨ ਦੇ ਉੱਤੇ ਔਰ ਦੂਸਰਾ ਅਸੀਂ ਅਰਥ ਨੂੰ ਲੈ ਰਹੇ ਹਾਂ, ਉਹ ਬੋਲ ਅਤੇ ਅਰਥ ਨੂੰ ਜੋ ਲੈ ਕੇ ਚੱਲਦੇ ਹਾਂ ਦੈਟ ਫੋਰਸ ਆਫ ਅਟਰੈਕਸ਼ਨ ਇਜ਼ ਕਾਲਡ ਗ੍ਰੈਵਿਟੀ। ਇਹ ਡਿਫਰੈਂਸ ਆ, ਔਰ ਇਹੀ ਉੱਥੋਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗ੍ਰੈਵਿਟੀ ਇਜ਼ ਅ ਸਪੈਸ਼ਲ ਕੇਸ ਆਫ ਗ੍ਰੈਵੀਟੇਸ਼ਨ ਇਨ ਵਿਚ ਵਨ ਆਫ ਦ ਬੋਡੀਜ਼ ਇਜ਼ ਅਰਥ and the second body is either placed on the earth or near it. Okay, so simple ਇਹ gravitation ਵਾਂਗੂ ਹੀ, ਬਟ ਇੱਕ ਬੋਡੀ ਨੂੰ ਆਪਾਂ ਅਰਥ ਲੈ ਕੇ ਚੱਲਦੇ ਹਾਂ। so thus let us see, thus the force of attraction between earth and any other body is called force of gravity or simple gravity. Okay, the force with which body is attracted towards earth is called weight. So the weight of body and force of gravity are similar things. So ਅਸੀਂ ਇਹ ਮਾਸ ਤੇ weight ਦੇ ਡਿਫਰੈਂਸ 'ਤੇ ਡਿਸਕਸ ਕੀਤਾ ਸੀਗਾ। ਮਾਸ ਕੰਟੈਂਟ ਆਫ ਮੈਟਰ ਇਨ ਅ ਬੋਡੀ ਹੁੰਦਾ ਆ, weight ਕੀ ਹੁੰਦਾ ਹੈ, ਅ ਫੋਰਸ ਵਿਦ ਵਿਚ ਬੋਡੀ ਇਜ਼ ਅਟਰੈਕਟਿਡ ਟੂਵਰਡਸ ਦ ਸੈਂਟਰ ਆਫ ਦ ਅਰਥ। ਸੋ ਵੇਟ ਹੋ ਜਾਵੇ ਜਾਂ ਫੋਰਸ ਆਫ ਗ੍ਰੈਵਿਟੀ ਹੋ ਜਾਵੇ, ਇਹ ਦੋਨੋਂ ਸੇਮ ਚੀਜ਼ਾਂ ਨੇ। ਓਕੇ, ਅਸੀਂ ਜਾ ਕੇ ਦੇਖਾਂਗੇ ਅੱਗੇ ਵੀ ਕਿੱਦਾਂ ਸੇਮ ਨੇ। ਸੋ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਣਾ ਹੁਣ ਤੱਕ ਵੀ ਗ੍ਰੈਵੀਟੇਸ਼ਨ ਕੀ ਆ ਔਰ ਗ੍ਰੈਵਿਟੀ ਕੀ ਆ। ਗ੍ਰੈਵਿਟੀ ਤਾਂ ਆਪਾਂ ਸੁਣਿਆ ਵੀ ਹੋਇਆ, ਕੋਈ ਵੀ ਚੀਜ਼ ਟੂਵਰਡਸ ਅਰਥ ਜਿਹੜੀ ਅਟਰੈਕਟ ਹੋ ਰਹੀ ਆ ਦੈਟ ਇਜ਼ ਡਿਊ ਟੂ ਗ੍ਰੈਵਿਟੀ। ਠੀਕ ਆ, ਦੈਟ ਇਜ਼ ਡਿਊ ਟੂ, ਅਸੀਂ ਪੜ੍ਹਦੇ ਵੀ ਹਾਂ ਵੀ ਦੈਟ ਇਜ਼ ਡਿਊ ਟੂ ਗ੍ਰੈਵਿਟੀ। ਸੋ ਗ੍ਰੈਵੀਟੇਸ਼ਨ ਦੇ ਵਿੱਚ ਜਦੋਂ ਅਰਥ ਐਡ ਕਰ ਦਈਏ ਇੱਕ ਬੋਡੀ ਦੀ ਥਾਂ ਦੇ ਉੱਤੇ ਦੈਟ ਬਿਕਮਸ ਗ੍ਰੈਵਿਟੀ। ਓਕੇ, ਹੁਣ ਗ੍ਰੈਵਿਟੀ ਨੂੰ ਅਸੀਂ ਜੇ ਫਰਦਰ ਸਮਝਣਾ ਆ ਤਾਂ ਲੈਟ ਅਸ ਮੂਵ ਔਨ ਦ ਡੈਫੀਨੇਸ਼ਨ ਆਫ ਗ੍ਰੈਵਿਟੀ ਇਟਸੈਲਫ। ਦੇਖੋ ਇਹ ਡਾਇਗਰਾਮ ਯੂ ਵਿਲ ਗੋ ਥਰੂ ਦ ਡਾਇਗਰਾਮ, ਔਰ ਡਾਇਗਰਾਮ ਦੇ ਵਿੱਚ ਉਹਨੇ ਗ੍ਰੈਵਿਟੀ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਆ।
ਔਰ ਗ੍ਰੈਵਿਟੀ ਜਿੱਦਾਂ ਆਪਾਂ ਇੱਕ ਗੱਲ ਕੀਤੀ ਵੀ ਗ੍ਰੈਵਿਟੀ ਇੱਕ ਫੋਰਸ ਆ ਜਿਹਦੇ ਨਾਲ ਬੋਡੀ ਟੂਵਰਡਸ ਸੈਂਟਰ ਆਫ ਅਰਥ ਅਟਰੈਕਟ ਹੁੰਦੀ ਆ। ਬਟ ਹੁਣ ਵੀ ਨੋ ਫੋਰਸ ਦਾ ਇੱਕ ਪੁਆਇੰਟ ਆਫ ਐਪਲੀਕੇਸ਼ਨ ਵੀ ਹੁੰਦਾ ਵੀ ਉਹ ਫੋਰਸ ਲੱਗ ਕਿੱਥੇ ਰਹੀ ਹੈ। ਜੇ ਗ੍ਰੈਵਿਟੀ ਇੱਕ ਫੋਰਸ ਆ ਜਿਹਦੇ ਨਾਲ ਬੋਡੀ ਟੂਵਰਡਸ ਸੈਂਟਰ ਆਫ ਅਰਥ ਅਟਰੈਕਟ ਹੁੰਦੀ ਆ ਤਾਂ ਉਹ ਫੋਰਸ ਕਿੱਥੇ ਲੱਗਦੀ ਆ? ਜਿੱਥੇ ਉਹ ਗ੍ਰੈਵਿਟੀ ਵਾਲੀ ਫੋਰਸ ਬੋਡੀ ਵਿੱਚ ਲੱਗਦੀ ਆ that is known as center of gravity. That point is known as center of gravity. ਹੁਣ ਅਸੀਂ ਅਗਲੇ ਟੌਪਿਕ 'ਚ ਇਹੀ ਡਿਸਕਸ ਕਰਨਾ ਕਿ what is this center of gravity. Okay, let us read out the paragraph. Everybody is made up of large number of small particles. Okay, ਹਰੇਕ ਬੋਡੀ ਜਿਹੜੀ ਆ ਸਮੋਲ ਪਾਰਟੀਕਲਸ ਦੀ ਬਣੀ ਹੋਈ ਆ ਔਰ ਇਹ ਪਾਰਟੀਕਲਸ ਬਹੁਤ ਜ਼ਿਆਦਾ ਹੁੰਦੇ ਆ। ਐਵਰੀ ਪਾਰਟੀਕਲ ਇਜ਼ ਅਟਰੈਕਟਡ ਟੂਵਰਡਸ ਦ ਸੈਂਟਰ ਆਫ ਗ੍ਰੈਵਿਟੀ ਬਾਈ ਦ ਫੋਰਸ ਆਫ ਗ੍ਰੈਵਿਟੀ। ਹੁਣ ਜਦੋਂ ਅਸੀਂ ਕਹਿੰਦੇ ਵੀ ਹਰੇਕ ਬੋਡੀ ਅਰਥ ਦੇ ਸੈਂਟਰ ਵੱਲ ਅਟਰੈਕਟ ਹੁੰਦੀ ਆ ਅਤੇ ਉਹ ਬੋਡੀ ਐਜ਼ ਅ ਹੋਲ ਵੀ ਹੋ ਸਕਦੀ ਆ ਔਰ ਜੋ ਬੋਡੀ ਜਿਹੜੇ ਪਾਰਟੀਕਲਸ ਦੀ ਬਣੀ ਆ ਉਹ ਵੀ ਤਾਂ ਅਰਥ ਦੇ ਸੈਂਟਰ ਵੱਲ ਹੀ ਅਟਰੈਕਟ ਹੋਣਗੇ ਨਾ। ਸੋ ਉਹੀ ਉਹ ਇੱਥੇ ਕਹਿਣਾ ਚਾਹ ਰਿਹਾ, ਦ ਪਾਰਟੀਕਲ ਇਜ਼ ਅਟਰੈਕਟਡ ਟੂਵਰਡਸ ਦ ਸੈਂਟਰ ਆਫ ਦ ਅਰਥ ਬਾਏ ਦ ਫੋਰਸ ਆਫ ਗ੍ਰੈਵਿਟੀ. This force of gravity with which particle attract towards the earth is called weight of the particle. ਹੁਣ ਜਿਹੜੀ ਫੋਰਸ ਨਾਲ ਉਹ ਸਿੰਗਲ ਪਾਰਟੀਕਲ ਦੀ ਗੱਲ ਕਰ ਰਹੇ ਹਾਂ ਆਪਾਂ, ਹਾਲੇ ਬੋਡੀ ਦੀ ਗੱਲ ਨਹੀਂ ਕਰ ਰਹੀ। ਜਿਹੜਾ ਪਾਰਟੀਕਲਸ ਤੋਂ ਬੋਡੀ ਬਣੀ ਆ ਉਹਨਾਂ ਪਾਰਟੀਕਲਸ ਦੀ ਗੱਲ ਹੋ ਰਹੀ ਹੈ ਇੱਥੇ। ਸੋ ਜਿਹੜੇ ਫੋਰਸ ਨਾਲ ਉਹ ਪਾਰਟੀਕਲਸ ਅਰਥ ਵੱਲ ਅਟਰੈਕਟ ਹੋ ਰਹੇ ਆ ਉਹਨਾਂ ਨੂੰ ਅਸੀਂ ਕਹਿੰਦੇ ਹਾਂ weight of the particle. So thus the weight of each particle as a force will be acting vertically downwards. ਹੁਣ weight ਹਮੇਸ਼ਾ vertically ਨੀਚੇ ਨੂੰ ਲੱਗਦਾ ਆ। ਸੋ we can imagine ਕਿ ਜਿੰਨੇ ਵੀ ਪਾਰਟੀਕਲਸ ਕਿਸੇ ਬੋਡੀ ਵਿੱਚ ਹੈਗੇ ਨੇ ਉਹ ਸਾਰਿਆਂ ਦਾ weight ਕਿੱਧਰ ਲੱਗੂਗਾ? vertically downwards. ਅਤੇ ਉਹਨੇ ਇਹੀ ਇਸ ਫਿਗਰ 'ਚ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਨੰਬਰ ਆਫ ਪਾਰਟੀਕਲਸ ਦੀ ਫਿਗਰ ਬਣੀ ਹੋਈ ਆ। ਓਕੇ, ਸੋ ਉਹਨੇ ਕੁਛ ਤੁਹਾਨੂੰ ਪਾਰਟੀਕਲਸ ਦਿਖਾਇਆ। ਇਹ ਸਾਰਿਆਂ ਦੇ ਆਹ ਦੇਖੋ ਪਾਰਟੀਕਲਸ ਨੇ ਜਿਹੜੇ ਸਮੋਲ ਐਰੋਜ਼ ਨੇ, all these arrows, ਇਹ ਉਹਨੇ ਇੰਡੀਪੈਂਡੈਂਟ ਪਾਰਟੀਕਲ ਸ਼ੋਅ ਕੀਤੇ ਆ। ਹਰ ਇੱਕ ਪਾਰਟੀਕਲ ਦਾ weight ਕਿੱਥੇ ਐਕਟ ਕਰ ਰਿਹਾ? ਨੀਚੇ ਨੂੰ ਐਕਟ ਕਰ ਰਿਹਾ। ਓਕੇ, ਹੁਣ ਜੇ ਇਹ ਸਾਰੀਆਂ ਫੋਰਸਿਸ ਨੀਚੇ ਨੂੰ ਐਕਟ ਕਰ ਰਹੀਆਂ ਨੇ ਤਾਂ ਇਹਨਾਂ ਦੀ ਕੋਈ ਰਿਜ਼ਲਟੈਂਟ ਫੋਰਸ ਵੀ ਹੋਊਗੀ। ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਲਾਅ ਆਫ ਫੋਰਸਿਸ ਚੈਪਟਰ 'ਚ ਵੀ ਜੇ 4 ਫੋਰਸਿਸ ਐਕਟ ਕਰ ਰਹੀਆਂ ਨੀਚੇ ਨੂੰ, ਲੈਟ ਅਸ ਸਪੋਜ਼ 1 2 3 4, ਇਹ 4 ਫੋਰਸਿਸ ਨੀਚੇ ਐਕਟ ਕਰ ਰਹੀਆਂ ਤਾਂ ਇੱਕ ਸਿੰਗਲ ਫੋਰਸ ਵੀ ਕੋਈ ਹੋਊਗੀ ਜਿਹੜੀ ਇਹਨਾਂ 4 ਫੋਰਸਿਸ ਜਿਹਨਾਂ ਰਿਜ਼ਲਟ ਸਾਨੂੰ ਦੇਊਗੀ। ਹੋਊਗੀ, ਦੇਅਰ ਵਿਲ ਬੀ ਅ ਫੋਰਸ ਵਿਚ ਇਜ਼ ਨੋਨ ਐਜ਼ ਰਿਜ਼ਲਟੈਂਟ। ਓਕੇ, ਸੋ ਉਹੀ ਚੀਜ਼ ਅਸੀਂ ਇੱਥੇ ਅਪਲਾਈ ਕਰਦੇ ਹਾਂ। ਇਹ ਬੋਡੀ ਜਿੰਨੇ ਵੀ ਪਾਰਟੀਕਲਸ ਤੋਂ ਬਣੀ ਆ ਸਾਰੇ ਨੀਚੇ ਨੂੰ ਫੋਰਸ ਲਾ ਰਹੇ ਆ ਔਰ ਉਹਨਾਂ ਸਾਰਿਆਂ ਫੋਰਸਿਸ ਨੂੰ ਮੈਂ ਇੱਕ ਫੋਰਸ ਕਾਮਨ ਦੇ ਵਿੱਚ ਕਨਵਰਟ ਕਰ ਸਕਦਾ ਵਿਚ ਇਜ਼ ਕਾਲਡ ਦ ਰਿਜ਼ਲਟੈਂਟ ਆਫ ਆਲ ਥੀਜ਼ forces. Okay, so that resultant is W. ਜਿਹੜਾ ਅਸੀਂ weight ਲੈਂਦੇ ਆ ਨਾ, that resultant is W. The resultant is equal to sum of all of them. ਦੇਖੋ ਜਿੰਨੀਆਂ ਫੋਰਸਿਸ ਹੈਗੀਆਂ ਨੇ ਉਹਨਾਂ ਸਾਰਿਆਂ ਦਾ ਸਮ ਜਿਹੜਾ ਆ that is resultant, ਔਰ ਉਹ ਸਾਰਿਆਂ ਦਾ ਸਮ ਕੀ ਹੁੰਦਾ ਆ? weight of that body. This is equal to total weight of the body. ਸੋ ਜਿਹੜਾ ਟੋਟਲ weight ਹੈਗਾ ਆ ਉਹ ਛੋਟੇ ਛੋਟੇ ਪਾਰਟੀਕਲਸ ਜਿਹੜੀਆਂ ਫੋਰਸਿਸ ਲਗਾ ਰਹੇ ਨੇ, ਠੀਕ ਹੈ, ਇੰਡੀਪੈਂਡੈਂਟਲੀ 1 ਗ੍ਰਾਮ ਲਾਈ ਇੱਕ ਪਾਰਟੀਕਲ ਨੂੰ, ਦੂਸਰੇ ਨੇ 2 ਗ੍ਰਾਮ ਲਾਈ, ਤੀਸਰੇ ਨੇ 3 ਗ੍ਰਾਮ ਲਾਈ। ਸੋ ਜੇ 1000 ਪਾਰਟੀਕਲ ਕਿਸੇ ਬੋਡੀ 'ਚ ਹੈਗੇ ਨੇ ਸਾਰਿਆਂ ਦੀ 1 ਗ੍ਰਾਮ ਫੋਰਸ ਹੈਗੀ ਆ ਤਾਂ 1000 ਗ੍ਰਾਮ ਫੋਰਸ ਹੋ ਗਈ ਤਾਂ ਉਸ ਓਬਜੈਕਟ ਦਾ weight ਕਿੰਨਾ ਹੋ ਗਿਆ? 1 kg into g। ਆਹ ਦੇਖੋ ਇਹਨੇ ਇੱਥੇ ਹੀ ਸ਼ੋਅ ਕੀਤਾ ਆ mg, ਮਾਸ ਇੰਟੂ ਜੀ, ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ। ਓਕੇ, ਸੋ ਇਹ ਸਾਨੂੰ ਦਿੰਦੀ ਆ weight ਦੀ ਵੈਲਿਊ ਔਰ weight ਕੀ ਆ? ਉਹ ਫੋਰਸ ਆ ਜਿਹਦੇ ਨਾਲ ਬੋਡੀ ਅਰਥ ਦੇ ਸੈਂਟਰ ਵੱਲ ਅਟਰੈਕਟ ਹੁੰਦੀ ਹੈ। ਓਕੇ, ਸੋ ਦਿਸ ਇਜ਼ ਹਾਊ ਵੀ ਗੈਟ ਦ ਵੈਲਿਊ ਆਫ W। ਹੁਣ ਆਪਾਂ ਇੱਕ ਵਾਰੀ ਸੈਂਟਰ ਆਫ ਗ੍ਰੈਵਿਟੀ ਨੂੰ ਦੇਖਦੇ ਹਾਂ। Center of gravity of body may be defined as that point through which whole the weight of body may be assumed to act. ਓਕੇ, ਨਾ ਹੁਣ ਅਸੀਂ ਇਹ ਚੀਜ਼ ਤਾਂ ਲੱਭ ਲਏਗੀ weight ਆ W ਜਿਹੜਾ ਪੂਰੀ ਬੋਡੀ ਦਾ ਸਾਨੂੰ ਰਿਜ਼ਲਟੈਂਟ ਦੇ ਰਿਹਾ।
ओके, ये मैगनीट्यूड मिल गया सानू W इज़ आर मैगनीट्यूड। हुण इन्हें एक्ट कित्थे करना, सानू इहदी पॉइंट ऑफ एप्लीकेशन भी चाहिए है, सानू इहदा लाइन ऑफ एक्शन भी चाहिए और सानू इहदी डायरैक्शन भी चाहिए है। ओके, मैगनीट्यूड तो एक चीज़ हो गई ना, मैगनीट्यूड इज़ W। हुण इहदा डायरैक्शन की है, डायरैक्शन इज़ डाउनवर्ड्स। ओके, सो लाइन ऑफ एक्शन असीं डायरैक्शन तो लभ सकते हैं। हुण रह की गया पॉइंट ऑफ एप्लीकेशन, भी ये W जिहड़ी फोर्स आ आपां इस ऑबजैक्ट ते लाउणी कित्थे आ। सो ਜਿਹੜੇ ਪੁਆਇੰਟ ਦੇ ਉੱਤੇ ਅਸੀਂ ਇਹ W ਅਪਲਾਈ ਕਰਦੇ ਹਾਂ, ਅਜ਼ਿਊਮ ਕਰਦੇ ਹਾਂ ਕਿ ਸਾਰੀ ਜਿਹੜੀ ਫੋਰਸ W ਆ ਉਹ ਇਸ ਪੁਆਇੰਟ 'ਤੇ ਲੱਗ ਰਹੀ ਹੈ, ਦੈਟ ਪੁਆਇੰਟ ਇਜ਼ ਨੋਨ ਐਜ਼ ਸੈਂਟਰ ਆਫ ਗ੍ਰੈਵਿਟੀ। ਓਕੇ, ਸੋ ਇਟ ਇਜ਼ ਅ ਪੁਆਇੰਟ ਵੇਅਰ ਹੋਲ ਆਫ ਦ ਵੇਟ ਆਫ ਦ ਬੋਡੀ ਇਜ਼ ਅਜ਼ਿਊਮਡ ਟੂ ਐਕਟ। ਇਸ ਪੁਆਇੰਟ 'ਤੇ ਮੰਨਦੇ ਹਾਂ ਵੀ ਸਾਰਾ ਵੇਟ ਲੱਗ ਰਿਹਾ, ਅਦਰਵਾਈਜ਼ ਇੱਦਾਂ ਹੈ ਨਹੀਂ ਆ। ਦੇਖੋ ਕਿੰਨੇ ਐਰੋਹੈਡਸ ਹੈਗੇ ਨੇ, ਆ ਸਾਰੇ ਐਰੋਹੈਡਸ ਨੇ, ਇਹ ਅਲੱਗ-ਅਲੱਗ ਪੁਆਇੰਟ 'ਤੇ ਲੱਗ ਰਹੇ ਨੇ, ਸਾਰੇ ਅਲੱਗ-ਅਲੱਗ ਪੁਆਇੰਟ 'ਤੇ ਲੱਗਦੇ ਹੋਣਗੇ। ਬਟ ਜਦੋਂ ਅਸੀਂ ਉਹਨਾਂ ਦਾ ਰਿਜ਼ਲਟੈਂਟ ਕੱਢ ਲਿਆ W ਦੀ ਫਾਰਮ ਦੇ ਵਿੱਚ, ਉਹਨੂੰ ਅਸੀਂ ਇੱਕ ਪੁਆਇੰਟ 'ਤੇ ਲਾਇਆ, ਦੈਟ ਪੁਆਇੰਟ ਇਜ਼ ਕਾਲਡ ਸੈਂਟਰ ਆਫ ਗ੍ਰੈਵਿਟੀ। ਓਕੇ, ਸੋ ਦ ਸੈਂਟਰ ਆਫ ਗ੍ਰੈਵਿਟੀ ਆਫ ਅ ਬੋਡੀ may be defined as that point through which whole weight of the body may be assumed to act। ਅਸੀਂ ਮੰਨਦੇ ਹਾਂ ਵੀ ਉਸ ਪੁਆਇੰਟ 'ਤੇ ਬੋਡੀ ਦਾ ਸਾਰਾ ਵੇਟ ਲੱਗਦਾ ਹੈ, ਐਂਡ ਦਿਸ ਇਜ਼ ਡਿਨੋਟਡ ਬਾਏ CG ਔਰ G। ਅਸੀਂ ਇਹਨੂੰ CG ਲਿਖਾਂਗੇ, ਸੈਂਟਰ ਆਫ ਗ੍ਰੈਵਿਟੀ। ਸੋ ਇਹ ਉਹ ਪੁਆਇੰਟ ਆ ਸਟੂਡੈਂਟਸ ਜਿੱਥੇ ਬੋਡੀ ਦਾ ਪੂਰਾ ਵੇਟ ਲੱਗਦਾ ਹੈ, ਅਸੀਂ ਇੱਦਾਂ ਅਸਿਊਮ ਕਰਦੇ। ਗੋਟ ਇਟ। ਸੋ ਅਸੀਂ ਗ੍ਰੈਵਿਟੇਸ਼ਨ, ਗ੍ਰੈਵਿਟੀ ਅਤੇ ਸੈਂਟਰ ਆਫ ਗ੍ਰੈਵਿਟੀ, ਇਹ 3 ਪੁਆਇੰਟ ਡਿਸਕਸ ਕੀਤੇ। ਆਈ ਹੋਪ ਯੂ ਵਿਲ ਗੈਟ ਇਟ। ਇਫ ਯੂ ਆਰ ਹੈਵਿੰਗ ਐਨੀ ਡਾਊਟ ਤਾਂ ਫਿਰ ਤੁਸੀਂ ਮੈਨੂੰ ਪੁੱਛ ਸਕਦੇ ਹੋ ਲੈਕਚਰ ਦੇ ਵਿੱਚ। ਓਕੇ, ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਫਰਦਰ ਆਪਾਂ ਨੂੰ ਹੋਰ ਕਲੀਅਰ ਹੋਊਗਾ ਗ੍ਰੈਵਿਟੀ ਕੀ ਹੈ। ਇੰਪੋਰਟੈਂਸ ਆਫ ਸੈਂਟਰ ਆਫ ਗ੍ਰੈਵਿਟੀ। ਇਟ ਇਜ਼ ਆਫ ਗ੍ਰੇਟ ਇੰਪੋਰਟੈਂਸ ਟੂ ਨੋ ਦ ਪੋਜੀਸ਼ਨ ਆਫ ਸੈਂਟਰ ਆਫ ਗ੍ਰੈਵਿਟੀ ਇਨ ਨੰਬਰ ਆਫ ਇੰਜੀਨੀਅਰਿੰਗ ਐਪਲੀਕੇਸ਼ਨਸ, ਬਿਕੋਜ਼ ਇਹੀ ਉਹ ਪੁਆਇੰਟ ਆ ਜਿੱਥੇ ਤੁਹਾਡਾ ਕੋਈ ਵੀ ਆਬਜੈਕਟ ਆ ਉਹ ਸਟੇਬਲ ਹੁੰਦਾ ਆ। ਜਦੋਂ ਕਿਸੇ ਆਬਜੈਕਟ ਨੂੰ ਤੁਸੀਂ ਸਟੇਬਲ ਹੁੰਦਾ ਦੇਖ ਰਹੇ ਆ, ਉਹਦਾ ਮਤਲਬ ਕੀ ਆ, ਉਹਦੀ ਸੈਂਟਰ ਆਫ ਜਿਹੜੀ ਗ੍ਰੈਵਿਟੀ ਆ ਉਹ ਪ੍ਰੋਪਰਲੀ ਬੈਲੈਂਸ ਹੋ ਰਹੀ ਆ, ਉਹ ਰਿਜ਼ਲਟੈਂਟ ਉਹਨੂੰ ਪ੍ਰੋਪਰਲੀ ਬੈਲੈਂਸ ਕਰ ਰਿਹਾ ਆ। ਓਕੇ, ਸੋ ਆਪਾਂ ਕਿਤੇ ਵੀ ਕੋਈ ਡਿਜ਼ਾਈਨ ਕਰਨਾ ਆ, ਕੋਈ ਪ੍ਰੋਡਕਟ, ਕੋਈ ਬ੍ਰਿਜ, ਕੋਈ ਡੈਮ, ਸੋ ਉਹ ਸਾਰਿਆਂ ਦੇ ਵਿੱਚ ਦਿਸ ਇਜ਼ ਵੈਰੀ ਇੰਪੋਰਟੈਂਟ ਥਿੰਗ ਟੂ ਨੋਟਿਸ। ਸੋ ਸਮ ਆਫ ਦ ਇੰਪੋਰਟੈਂਟ ਪੁਆਇੰਟਸ ਰਿਗਾਰਡਿੰਗ ਸੈਂਟਰ ਆਫ ਗ੍ਰੈਵਿਟੀ। ਨੰਬਰ 1, ਐਵਰੀਬਡੀ ਹੈਜ਼ ਵਨ ਐਂਡ ਓਨਲੀ ਵਨ ਸੈਂਟਰ ਆਫ ਗ੍ਰੈਵਿਟੀ। ਕੋਈ ਆਬਜੈਕਟ ਲੈ ਲੈਂਦੇ ਆ, ਉਹਦਾ ਸਿਰਫ ਇੱਕੋ ਸੈਂਟਰ ਆਫ ਗ੍ਰੈਵਿਟੀ ਹੋਊਗਾ, ਮਲਟੀਪਲ ਨਹੀਂ ਹੋਣਗੇ। ਓਕੇ, ਸੈਕਿੰਡ ਪੁਆਇੰਟ, ਸੈਂਟਰ ਆਫ ਗ੍ਰੈਵਿਟੀ ਆਫ ਅ ਬੋਡੀ ਇਜ਼ ਇੰਡੀਪੈਂਡੈਂਟ ਆਫ ਦ ਪੋਜੀਸ਼ਨ ਆਫ ਦ ਬੋਡੀ। ਸੋ ਬੋਡੀ ਜਿੱਦਾਂ ਦੀ ਮਰਜ਼ੀ ਪੋਜੀਸ਼ਨ 'ਚ ਪਈ ਆ, ਜੇ ਉਹ ਬੋਡੀ ਚੇਂਜ ਨਹੀਂ ਹੋਈ ਉਹਦਾ CG ਚੇਂਜ ਨਹੀਂ ਹੋਊਗਾ। ਉਹਦੀ ਪੋਜੀਸ਼ਨ ਤੁਸੀਂ ਜਿੱਦਾਂ ਮਰਜ਼ੀ ਚੇਂਜ ਕਰ ਲਓ। ਓਕੇ, ਉਹਦੀ ਪੋਜੀਸ਼ਨ, ਉਹਨੂੰ ਵਰਟੀਕਲ ਰੱਖ ਲਓ, ਉਹਨੂੰ ਹੋਰੀਜ਼ੋਨਟਲ ਰੱਖ ਲਓ, ਉਹਨੂੰ ਐਂਗਲ 'ਤੇ ਰੱਖ ਲਓ, ਉਹਦੀ CG ਜਿਹੜੀ ਆ ਉਸੇ ਪੁਆਇੰਟ 'ਤੇ ਰਹੂਗੀ ਜਿੱਥੇ ਉਹ ਹੈਗੀ ਹੈ। ਓਕੇ, ਸੋ ਥਰਡ ਪੁਆਇੰਟ ਇਜ਼ ਸੈਂਟਰ ਆਫ ਗ੍ਰੈਵਿਟੀ ਆਫ ਅ ਬੋਡੀ ਡਿਪੈਂਡਸ ਅਪੋਨ ਦ ਸ਼ੇਪ ਆਫ ਬੋਡੀ। ਅਫਕੋਰਸ ਇਟ ਡਿਪੈਂਡਸ ਅਪੋਨ ਦ ਸ਼ੇਪ। ਹਰੇਕ ਬੋਡੀ ਦੀ ਸ਼ੇਪ ਦੇ ਅਕੋਰਡਿੰਗ ਉਹਦੀ CG ਡਿਫਾਈਨ ਹੁੰਦੀ ਹੈ। ਅਸੀਂ ਦੇਖਾਂਗੇ ਪ੍ਰੈਕਟੀਕਲੀ ਵਿਲ ਫਾਈਂਡ ਦ ਸੈਂਟਰ ਆਫ ਗ੍ਰੈਵਿਟੀ ਆਫ ਦ ਡਿਫਰੈਂਟ ਬੋਡੀਜ਼। ਉੱਥੇ ਦੇਖੋਗੇ ਵੀ ਸ਼ੇਪ ਦੇ ਅਕੋਰਡਿੰਗ CG ਕਿੱਦਾਂ ਚੇਂਜ ਹੁੰਦੀ ਹੈ। ਪੋਜੀਸ਼ਨ ਨਹੀਂ, ਜਿਵੇਂ ਤੁਹਾਡੇ ਕੋਲ ਇੱਕ ਬਾਲ ਆ, ਠੀਕ ਆ, ਤੁਸੀਂ ਬਾਲ ਨੂੰ ਬੈੱਡ 'ਤੇ ਰੱਖ ਦਿਓ, ਬਾਲ ਨੂੰ ਫਲੋਰ 'ਤੇ ਰੱਖ ਦਿਓ, ਬਾਲ ਨੂੰ ਚੱਕ ਕੇ ਬਿਲਡਿੰਗ ਦੇ 3rd ਫਲੋਰ 'ਤੇ ਰੱਖ ਦਿਓ, ਅਸੀਂ ਬਾਲ ਦੀ ਪੋਜੀਸ਼ਨ ਚੇਂਜ ਕਰ ਰਹੇ ਹਾਂ ਨਾ, ਬਟ ਬਾਲ ਤਾਂ ਸਫੈਰੀਕਲ ਹੀ ਆ, ਸੋ ਉਹਦੀ CG ਚੇਂਜ ਨਹੀਂ ਹੋਊਗੀ। ਇਹੀ ਪੁਆਇੰਟ ਸੈਕਿੰਡ ਐਂਡ ਥਰਡ ਐਲੀਮੈਂਟ ਪੁਆਇੰਟ ਆ, ਵੀ ਪੋਜੀਸ਼ਨ ਦੇ ਨਾਲ CG ਚੇਂਜ ਨਹੀਂ ਹੁੰਦੀ, ਸ਼ੇਪ ਨਾਲ CG ਚੇਂਜ ਹੁੰਦੀ ਹੈ। ਹੁਣ ਬੈੱਡ ਦੇ ਉੱਤੇ ਇੱਕ ਬਾਲ ਰੱਖੀ ਆ, ਤੁਸੀਂ ਇੱਕ ਸਕੁਅਰ ਬਾਕਸ ਰੱਖ ਦਿਓ, ਸ਼ੇਪ ਚੇਂਜ ਹੋ ਗਈ ਨਾ, CG ਵਿਲ ਚੇਂਜ, ਭਾਵੇਂ ਉਹਨਾਂ ਦੀ ਪੋਜੀਸ਼ਨ ਤਾਂ ਉਹਨਾਂ ਦੀ ਬੈੱਡ ਦੇ ਉੱਪਰ ਹੀ ਆ। They are placed on the table or on the bed or on the floor, position same ਹੈ, but shape change ਹੋਣ ਕਰਕੇ ਉਹਨਾਂ ਦੀ CG ਚੇਂਜ ਹੋਊਗੀ। ਸੋ ਇਹ ਪੋਜੀਸ਼ਨ ਚੇਂਜ ਹੋਣ ਨਾਲ CG ਚੇਂਜ ਨਹੀਂ ਹੁੰਦੀ, ਸ਼ੇਪ ਚੇਂਜ ਹੋਣ ਦੇ ਨਾਲ ਸੈਂਟਰ ਆਫ ਗ੍ਰੈਵਿਟੀ ਦੀ ਪੋਜੀਸ਼ਨ ਜਿਹੜੀ ਉਹ ਪੁਆਇੰਟ ਆਫ ਐਪਲੀਕੇਸ਼ਨ ਆ ਉਹ ਚੇਂਜ ਹੁੰਦਾ ਹੈ, CG ਚੇਂਜ ਹੁੰਦੀ। ਓਕੇ, ਦੈਨ ਫੋਰਥ ਪੁਆਇੰਟ ਇਜ਼ ਸੈਂਟਰ ਆਫ ਗ੍ਰੈਵਿਟੀ ਇਜ਼ ਐਨ ਇਮੈਜਨਰੀ ਪੁਆਇੰਟ ਵਿਚ ਮੇ ਨਾਟ ਲਾਏ ਵਿਦ ਇਨ ਦ ਬੋਡੀ। ਹਾਂਜੀ, ਕਈ ਵਾਰੀ ਬੋਡੀ ਦੀ ਸ਼ੇਪ ਇੱਦਾਂ ਦੀ ਹੁੰਦੀ ਹੈ ਜਿਹੜਾ CG ਵਾਲਾ ਪੁਆਇੰਟ ਆ ਉਹ ਉਸ ਬੋਡੀ ਤੋਂ ਬਾਹਰ ਲਾਏ ਕਰਦਾ ਆ।
क्योंकि असी अज्यूम किया पॉइंट, असी देखिया डेफिनेशन दे विच भी बई इट इज़ अ पॉइंट वेयर होल वेट ऑफ बॉडी इज़ अज्यूम्ड टू एक्ट। असी मन्निया आ कोलों लिता है पॉइंट, और वो पॉइंट ऑब्जैक्ट तो बाहर भी हो सकता। अगेन दिस विल बी क्लीयर इन द न्यूमेरिकल विच वी विल सॉल्व भी ये पॉइंट ऑब्जैक्ट तो बाहर किद्दां हो सकता। भी वेट तो बॉडी का आ, और जो पॉइंट जिथे पूरा वेट एक्ट कर रहा वो बॉडी तो बाहर किद्दां हो सकता। बट दिस हैपन्स, ये हुंदा है एंड विल सी। ओके, सेंटर ऑफ मास आ गया। मास दे विच आपां ग्रेविटेशनल फोर्स नहीं लैंदे। ओके, ये अपने ज़्यादा कंसर्न का नहीं है। सो आपां अगे मूव करते हैं टू सेंट्रॉयड। सो सेंट्रॉयड मीन द सेम फॉर प्लेन फिगर्स। देखो सेंटर ऑफ ग्रैविटी किहदे लई आ, जिहड़ी बॉडी का मास आ उहदे वेट होऊगा ना, जिहदा मास आ m/g करके तो वेट कढ़दे हैं। जिहड़ी बॉडी का मास आ उहदा जो असीं सेंटर पॉइंट फाइंड करते हैं जिथे पूरा वेट एक्ट करदा उहनूं आपां कहंदे सेंटर ऑफ ग्रैविटी। बट कुछ ऑब्जैक्ट्स ऐसे हैं जिन्हां दा मास नहीं हुंदा, लाइक पीस ऑफ पेपर आ, दैट ऑफ पीस ऑफ पेपर इज़ इन रिकटैंगूलर फॉर्म। ठीक है, हुण जदों असीं बट सेंटर तो उहदा भी कोई ना कोई होऊगा ना। सो जदों असीं उहदा सेंटर फाइंड करांगे दैट विल बी टर्म्ड एज सेंट्रॉयड। ओके, असीं इहनूं सेंट्रॉयड कहांगे। सो दी डेफिनेशन की है, सेंट्रॉयड इज़ अ पॉइंट थ्रू विच होल एरिया ऑफ अ प्लेन फिगर इज़ अज्यूम्ड टू एक्ट। उत्थे सीगा होल वेट ऑफ द फिगर या ऑब्जैक्ट इज़ अज्यूम्ड टू एक्ट, इत्थे एरिया आ गया। सो इत्थे आपां मास नहीं लेना, इत्थे इकल्ला एरिया लेना है। ठीक है, सो इहनूं आपां सेंटर ऑफ एरिया भी कहने हैं। सेंट्रॉयड इज़ ऑल्सो नोन एज सेंटर ऑफ एरिया। ओके, सो the major difference between center of gravity and centroid is term center of gravity is used for bodies which have mass and weight. Okay, and centroid is used for plane figures which have area only, like piece of paper। ਆਪਾਂ ਨੂੰ ਪੀਸ ਆਫ ਪੇਪਰ ਜਿਹੜੀ ਮਰਜ਼ੀ ਸ਼ੇਪ 'ਚ ਕੱਟ ਲਈਏ ਉਹਦਾ ਕੋਈ ਵੇਟ ਨਹੀਂ ਹੋਊਗਾ, ਬਟ ਜਦੋਂ ਅਸੀਂ ਉਹਦੀ CG ਫਾਈਂਡ ਕਰਾਂਗੇ ਦੈਟ ਵਿਲ ਬੀ ਨੋਨ ਐਜ਼ ਸੈਂਟਰੋਇਡ। ਐਂਡ ਸੈਕਿੰਡ ਥਿੰਗ ਇਜ਼ center of gravity of the body is point through which whole weight of body is assumed to act, whereas centroid is the point through which whole area of plane figure is assumed to act। so basic concept वही है, उस weight आ CG ਦੇ ਵਿੱਚ, centroid ਦੇ ਵਿੱਚ ਕੱਲਾ area ਆ। ओके, सो ये बेसिक concept हैगे ने, इन्हां ਨੂੰ ਅਸੀਂ माइंड 'ਚ रखना, क्योंकि जो असीं न्यूमेरिकल सॉल्व करने ये सारे कंसैप्ट कंपाइल अप करके फिर असीं न्यूमेरिकल दे पॉइंट डिस्कस करने। ओके, सो नैक्सट अपने को आ गया सेंट्रोइडल एक्सिस। सो सेंट्रोइडल एक्सिस की है, एक्सिस पासिंग थ्रू सेंट्रोइड ऑफ द प्लेन आर कॉल्ड सेंट्रोइडल एक्सिस। किसी बॉडी का आ सेंट्रोइड आ, जिहड़े एक्सिस इहदे चों पास कर रहे हैं दे आर नोन एज सेंट्रोइडल एक्सिस। सो दे आर ड्रॉन परपेंडिकुलर टू ईच अदर। ये तीन एक्सिस होंगे XYZ और आपस में परपेंडिकुलर होंगे। ओके, नैक्सट स्टूडेंट्स आ दो बड़े इंपॉर्टेंट ने पॉइंट्स। वन इज़ एक्सिस ऑफ रेफरेंस, दैट इज़ सैकेंड इज़ एक्सिस ऑफ सिमिट्री। हुण पहला असीं एक्सिस ऑफ रेफरेंस देखते हैं। CG of a plane figure is always calculated with reference to some assumed axis known as axis of reference. The axis of reference of a plane figure is generally taken at the lowest line of figure for determining y bar and left line of figure for calculating x bar. So by choosing these axes of reference, the plane figure lies in first quadrant. Figure 4 OA and OB are axes of reference. So देखो जो ਅਸੀਂ numerical करांगे ना, these points will be more clear to you, become more clear to you। ਹਾਲੇ ਤੁਸੀਂ ਇਹਨਾਂ ਦਿਮਾਗ 'ਚ ਰੱਖੋ ਕਿ axis of reference ਕੀ ਆ। ਇੱਕ ਫਿਗਰ ਆ ਜਿਹਦਾ ਅਸੀਂ CG ਲੱਭਣਾ ਆ, ਇਹ ਆਪਣਾ ਪਹਿਲਾ ਸਟੈਪ ਆ ਵੀ ਅਸੀਂ ਉਹਦੇ axis of reference ਲਾਉਂਦੇ ਆ, ਔਰ ਅਸੀਂ ਆਪ ਲਾਉਣੇ ਆ। ਇਹ ਗਿਵਨ ਨਹੀਂ ਹੁੰਦੇ ਕਿਤੇ ਵੀ, ਸਾਨੂੰ ਸਿਰਫ ऑब्जेक्ट गिवन होगा जिहदी CG लभनी है, असी एक्सिस ऑफ रेफरेंस आप लाने। हुण एक एग्जाम्पल देखो, एक T शेप की अपने को बॉडी आ, ये एक्सिस ऑफ रेफरेंस लाए आ OA एंड OB।
ਔਰ ਐਕਸਿਸ ਆਫ ਰੈਫਰੈਂਸ ਸਟੂਡੈਂਟਸ ਲਾਉਣੇ ਕਿੱਦਾਂ ਆ, ਤੁਸੀਂ ਫਿਗਰ ਦੇ ਲੈਫਟ ਤੋਂ ਮੂਵ ਕਰਨਾ ਸਟਾਰਟ ਕਰ ਦੇਣਾ ਫਿਗਰ ਵੱਲ ਨੂੰ। ਓਕੇ, ਜਿੱਥੇ ਜਾ ਕੇ ਉਹ ਲਾਈਨ ਤੁਹਾਡੀ ਵਰਟੀਕਲ ਪਹਿਲੀ ਟੱਚ ਕਰਦੀ ਹੈ ਫਿਗਰ ਨੂੰ, ਦੈਟ ਵਿਲ ਬਿਕਮ ਯੂਅਰ ਵਰਟੀਕਲ ਐਕਸਿਸ ਆਫ ਰੈਫਰੈਂਸ। ਤੁਸੀਂ ਲੈਫਟ ਤੋਂ ਫਿਗਰ ਵੱਲ ਨੂੰ ਮੂਵ ਕਰਨਾ ਹੈ ਵਰਟੀਕਲ ਲਾਈਨ ਨੂੰ ਲੈ ਕੇ। ਆ ਲਾਈਨ ਆ, ਇਹ ਮੂਵ ਕਰਾਓ ਫਿਗਰ ਵੱਲ, ਜਿੱਥੇ ਟੱਚ ਹੋਊਗੀ ਫਿਗਰ ਨਾਲ ਦੈਟ ਇਜ਼ ਯੂਅਰ ਵਰਟੀਕਲ ਐਕਸਿਸ ਆਫ ਰੈਫਰੈਂਸ। ਇੱਦਾਂ ਹੀ ਬਾਟਮ ਮੋਸਟ ਪੁਆਇੰਟ ਤੋਂ ਜਿਹੜੀ ਹੋਰੀਜ਼ੋਨਟਲ ਲਾਈਨ ਨਿਕਲਦੀ ਆ ਦੈਟ ਇਜ਼ ਯੂਅਰ ਐਕਸਿਸ ਆਫ ਰੈਫਰੈਂਸ। ਸੋ ਇਹ ਹਮੇਸ਼ਾ ਦੋ ਹੁੰਦੇ ਆ, ਇੱਕ ਵਰਟੀਕਲ ਇੱਕ ਹੋਰੀਜ਼ੋਨਟਲ। ਜਿਹੜਾ ਵਰਟੀਕਲ ਹੈਗਾ ਆ ਉਹ ਤੁਹਾਡੀ ਫਿਗਰ ਦੇ ਬਿਲਕੁਲ ਲੈਫਟ ਵਾਲੇ ਪੋਰਸ਼ਨ ਨੂੰ ਟੱਚ ਕਰਕੇ ਨਿਕਲੂਗਾ, ਐਕਸਟ੍ਰੀਮ ਲੈਫਟ ਨੂੰ। ਓਕੇ, ਔਰ ਜਿਹੜਾ ਹੋਰੀਜ਼ੋਨਟਲ ਹੈਗਾ ਆ ਉਹ ਐਕਸਟ੍ਰੀਮ ਬਾਟਮ ਨੂੰ ਟੱਚ ਕਰੂਗਾ। ਮੀਨਸ ਜਿਹੜਾ ਵਰਟੀਕਲ ਐਕਸਿਸ ਹੈਗਾ ਆ ਉਹ ਤੋਂ ਲੈਫਟ 'ਤੇ ਕੋਈ ਫਿਗਰ ਨਹੀਂ ਹੋਊਗੀ, ਜਿਹੜਾ ਬਾਟਮ ਵਾਲਾ ਹੈਗਾ ਆ ਉਹ ਤੋਂ ਥੱਲੇ ਕੋਈ ਫਿਗਰ ਨਹੀਂ ਹੋਊਗੀ। ਸੋ ਫਿਗਰ ਕਿਹਦੇ 'ਚ ਆ ਗਈ, ਜੇ ਤੁਸੀਂ ਧਿਆਨ ਨਾਲ ਦੇਖੋ ਆਪਣੇ ਕੋਲ 4 ਕੁਆਡਰੈਂਟ ਹੁੰਦੇ ਆ, ਫਿਗਰ ਆਪਣੀ ਕਿਹੜੇ ਕੁਆਡਰੈਂਟ 'ਚ ਆ ਗਈ, ਫਸਟ ਕੁਆਡਰੈਂਟ 'ਚ। ਤੁਸੀਂ ਦੇਖ ਸਕਦੇ ਹੋ ਦਿਸ ਫਿਗਰ, ਇਹ ਵਾਈ ਹੋ ਗਿਆ, ਇਹ ਐਕਸ ਹੋ ਗਿਆ। ਫਿਗਰ ਕਿਹੜੇ ਕੁਆਡਰੈਂਟ 'ਚ ਆ, ਫਸਟ ਕੁਆਡਰੈਂਟ 'ਚ। ਸੋ ਐਕਸਿਸ ਆਫ ਰੈਫਰੈਂਸ ਲਾਉਣ ਤੋਂ ਬਾਅਦ ਤੁਹਾਡੀ ਫਿਗਰ ਹਮੇਸ਼ਾ ਫਸਟ ਕੁਆਡਰੈਂਟ ਵਿੱਚ ਹੀ ਪਈ ਹੋਊਗੀ। ਓਕੇ, ਸੋ ਜੇ ਤੁਹਾਡੀ ਫਿਗਰ ਫਸਟ ਕੁਆਡਰੈਂਟ ਤੋਂ ਬਾਹਰ ਜਾ ਰਹੀ, ਇਟ ਮੀਨਸ ਤੁਹਾਡੇ ਐਕਸਿਸ ਆਫ ਰੈਫਰੈਂਸ ਗਲਤ ਲੱਗੇ ਹੋਏ ਨੇ, ਇਹ ਦਿਮਾਗ 'ਚ ਰੱਖ ਲੈਣਾ। ਜੇ ਤੁਹਾਡੀ ਫਿਗਰ ਬਿਲਕੁਲ ਫਸਟ ਕੁਆਡਰੈਂਟ ਦੇ ਵਿੱਚ ਬਾਹਰ ਨਹੀਂ ਜਾਣੀ ਚਾਹੀਦੀ, ਲਾਈਕ ਜੇ ਆਹ ਥੋੜ੍ਹਾ ਜਿਹਾ ਪੋਰਸ਼ਨ ਦਾ ਬਾਹਰ ਆ ਰਿਹਾ, ਨਹੀਂ, ਇਟ ਮੀਨਸ ਆ ਰੋਂਗ ਹੈ, ਇਹ ਰੋਂਗ ਹੈ। ਤੁਹਾਡਾ ਜਿਹੜਾ ਫਸਟ ਕੁਆਡਰੈਂਟ ਆ ਫਿਗਰ ਉਹ ਤੋਂ ਬਾਹਰ ਬਿਲਕੁਲ ਵੀ 1 mm ਵੀ ਨਹੀਂ ਜਾਣੀ ਚਾਹੀਦੀ, ਤਾਂ ਤੁਹਾਡੇ ਐਕਸਿਸ ਆਫ ਰੈਫਰੈਂਸ ਠੀਕ ਲੱਗੇ ਨੇ। ਓਕੇ, ਸੋ ਨੈਕਸਟ ਚੱਲਦੇ ਹਾਂ ਐਕਸਿਸ ਆਫ ਸਿਮੈਟਰੀ ਵੱਲ। ਦੇਖੋ ਐਕਸਿਸ ਆਫ ਸਿਮੈਟਰੀ ਮੀਨਸ ਵੀ ਜਿਹੜੇ ਐਕਸਿਸ ਆਬਜੈਕਟ ਨੂੰ 2 ਇਕੁਅਲ ਪਾਰਟਸ 'ਚ ਡਿਵਾਈਡ ਕਰ ਦਿੰਦੇ ਆ, ਠੀਕ ਆ, ਉਹਨੂੰ ਆਪਾਂ ਕਹਿੰਦੇ ਆ ਐਕਸਿਸ ਆਫ ਸਿਮੈਟਰੀ। ਸੋ ਐਕਸਿਸ ਆਫ ਸਿਮੈਟਰੀ, the axis about which the area of plane figure is symmetrical on both of its sides of axis. The axis about which the area of plane figure is symmetrical on both of its sides is called axis of symmetry. Like ਤੁਸੀਂ ਉਹ ਫਿਗਰ ਦੇਖ ਸਕਦੇ ਆ, ਇਸ ਫਿਗਰ ਦੇ ਵਿੱਚ y ਇੱਕ ਐਕਸਿਸ ਆ। ਓਕੇ, ਔਰ ਇਸ ਐਕਸਿਸ ਨੇ ਕੀ ਕੀਤਾ ਆ, ਇਸ ਫਿਗਰ ਨੂੰ 2 ਇਕੁਅਲ ਪਾਰਟਸ 'ਚ ਡਿਵਾਈਡ ਕਰਤਾ ਹੈ। ਇਸ ਫਿਗਰ ਨੂੰ 2 ਇਕੁਅਲ ਪਾਰਟਸ 'ਚ ਡਿਵਾਈਡ ਕਰਤਾ। ਸੋ ਇਹ ਇਕੁਅਲ ਪਾਰਟਸ ਕੀ ਨੇ, ਇੱਕ ਲੈਫਟ 'ਤੇ ਆ, ਇੱਕ ਰਾਈਟ 'ਤੇ ਆ, ਠੀਕ ਆ। ਸੋ ਇੱਕ ਪਾਰਟ ਲੈਫਟ 'ਤੇ ਆ ਲਾਈਕ ਦਿਸ, ਇੱਕ ਪਾਰਟ ਰਾਈਟ 'ਤੇ ਆ, ਔਰ ਦੋਨੋਂ ਪਾਰਟ ਬਿਲਕੁਲ ਇਕੁਅਲ ਹੋਣਗੇ। ਜਿਹੜਾ ਐਕਸਿਸ ਇੱਦਾਂ ਕਰ ਦਿੰਦਾ ਆ ਉਹਨੂੰ ਅਸੀਂ ਐਕਸਿਸ ਆਫ ਸਿਮੈਟਰੀ ਕਹਿੰਦੇ ਹਾਂ। ਔਰ ਕਿਸੇ ਫਿਗਰ ਦੇ ਵਿੱਚ ਇੱਕ ਤੋਂ ਜ਼ਿਆਦਾ ਐਕਸਿਸ ਆਫ ਸਿਮੈਟਰੀ ਵੀ ਹੋ ਸਕਦੇ ਆ, ਕਿਸੇ ਵਿੱਚ ਹੋ ਸਕਦਾ ਇੱਕ ਵੀ ਐਕਸਿਸ ਆਫ ਸਿਮੈਟਰੀ ਨਾ ਹੋਵੇ, ਇਹ ਵੀ ਹੋ ਸਕਦਾ ਹੈ, ਠੀਕ ਹੈ ਨਾ। ਸੋ ਇਹ ਆਬਜੈਕਟ ਦੇ ਉੱਤੇ ਡਿਪੈਂਡ ਕਰੂਗਾ, ਉਹਦੀ ਸ਼ੇਪ 'ਤੇ ਡਿਪੈਂਡ ਕਰੂਗਾ ਵੀ ਆਪਾਂ ਨੂੰ ਐਕਸਿਸ ਆਫ ਸਿਮੈਟਰੀ ਮਿਲਦਾ ਕਿ ਨਹੀਂ ਮਿਲਦਾ। ਸੋ ਇਸ ਫਿਗਰ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਵੀ ਆਰ ਹੈਵਿੰਗ ਓਨਲੀ ਸਿੰਗਲ ਐਕਸਿਸ ਆਫ ਸਿਮੈਟਰੀ। ਹਾਂ, ਜੇ ਮੈਂ ਸਕੇਅਰ ਲੈ ਲਵਾਂ, ਇਫ ਆਈ ਟੇਕ ਸਕੇਅਰ, ਹੁਣ ਇਹਦੇ ਕਿੰਨੇ ਐਕਸਿਸ ਆਫ ਸਿਮੈਟਰੀ ਹੋਣਗੇ, ਆਹ ਵਰਟੀਕਲ ਹੋ ਗਿਆ, ਆਹ ਹੋਰੀਜ਼ੋਨਟਲ ਹੋ ਗਿਆ, ਓਕੇ, ਆਹ ਡਾਇਗਨਲ ਹੋ ਗਏ, ਇਹ ਸਾਰੇ ਇਹਦੇ ਐਕਸਿਸ ਆਫ ਸਿਮੈਟਰੀ ਹੈ। ਸੋ ਇਟ ਡਿਪੈਂਡਸ ਅਪੋਨ ਦ ਸ਼ੇਪ ਆਫ ਦ ਬੋਡੀ। ਹੁਣ ਐਕਸਿਸ ਆਫ ਸਿਮੈਟਰੀ ਜੇ ਤਾਂ ਸਿੰਗਲ ਆ ਤਾਂ 2 ਪਾਰਟਸ 'ਚ ਡਿਵਾਈਡ ਕਰ ਦੂਗਾ ਆਬਜੈਕਟ ਨੂੰ। ਜੇ ਐਕਸਿਸ ਆਫ ਸਿਮੈਟਰੀ ਇੱਕ ਤੋਂ ਜ਼ਿਆਦਾ ਹੈਗੇ ਨੇ ਤਾਂ ਜਿੱਥੇ ਉਹ ਐਕਸਿਸ ਆਫ ਸਿਮੈਟਰੀ ਆਪਸ 'ਚ ਬੋਡੀ ਦੇ ਵਿੱਚ ਕੱਟਦੇ ਨੇ ਇੱਕ ਦੂਜੇ ਨੂੰ, ਦੈਟ ਵਿਲ ਬੀ ਦ ਸੈਂਟਰ ਆਫ ਗ੍ਰੈਵਿਟੀ ਔਰ ਸੈਂਟਰੋਇਡ ਫॉर दैट बॉडी। ओके, देखो, इफ देयर आर मोर देन वन एक्सिस ऑफ सिमेट्री the CG of figure is at point of intersection of those axes. If there are more than one axis of symmetry, the CG of figure is at the point of intersection of those axes. ਜੇ ਸਿੰਗਲ ਆ ਫਿਰ ਤਾਂ ਇਟਸ ਓਕੇ, ਫਿਰ ਤਾਂ ਵੀ ਹੈਵ ਟੂ ਫਾਈਂਡ ਦ CG। ਬਟ ਜੇ ਇੱਕ ਤੋਂ ਜ਼ਿਆਦਾ ਆ ਤਾਂ ਜਿੱਥੇ ਉਹ ਆਪਸ 'ਚ ਇੰਟਰਸੈਕਟ ਕਰਦੇ ਆ, that point is axis of symmetry. Okay students, so I hope you have understood the things I have mentioned today. So ਤੁਸੀਂ ਲੈਕਚਰ ਦੇ ਥਰੂ ਹੋਵੋ ਇੱਕ ਵਾਰੀ ਫਿਰ। ਇਫ ਯੂ ਆਰ ਹੈਵਿੰਗ ਐਨੀ ਡਾਊਟ ਯੂ ਲੈਟ ਮੀ ਨੋ। ਜਿਹੜਾ ਨੈਕਸਟ ਕੰਸੈਪਟ 'ਚ ਹੈਗੇ ਨੇ ਇਹੀ ਵਾਲੇ ਕੰਸੈਪਟ ਅਸੀਂ ਯੂਜ਼ ਕਰਕੇ ਵੀ ਵਿਲ ਕੈਲਕੂਲੇਟ ਦ CG।
ਓਕੇ, ਇਹੀ ਕੰਸੈਪਟ ਡਿਸਕਸ ਕੀਤੇ, ਅਸੀਂ ਇਹੀ ਯੂਜ਼ ਕਰਨੇ। ਵਿਲ ਯੂਜ਼ ਐਕਸਿਸ ਆਫ ਰੈਫਰੈਂਸ, ਵਿਲ ਯੂਜ਼ ਐਕਸਿਸ ਆਫ ਸਿਮਟਰੀ, ਔਰ ਉਸ ਤੋਂ ਬਾਅਦ 'ਚ 2 ਸਟੈਪ ਹੋਰ ਨੇ। ਸੋ ਆਈ ਹੋਪ ਯੂ ਵਿਲ ਗੋ ਥਰੂ ਦਿਸ ਵੈਲ। ਬਾਕੀ ਆਪਾਂ ਨੈਕਸਟ ਲੈਕਚਰ 'ਚ ਡਿਸਕਸ ਕਰਾਂਗੇ। ਥੈਂਕ ਯੂ।